ਕੁਝ ਮਿੱਟੀ ਨੂੰ ਸੋਨਾ ਆਖਣ ਤੇ ਕੁਝ ਕਹਿਣ ਸੋਨੇ ਨੂੰ ਮਿੱਟੀ। ਮਿੱਟੀ ਸੋਨੇ ਵਿੱਚ ਫਰਕ ਨਾ ਜਾਣਨ, ਜੀਵਨ ਬਾਜ਼ੀ ਜਿਨ੍ਹਾਂ ਨੇ ਜਿੱਤੀ। ਆਤਮ ਮਾਇਨੇ ਸ਼ਬਦੋਂ ਰੱਬ ਦੇ ਉਦੋਂ ਬਦਲ ਜਾਂਦੇ ਨੇ, ਜਦੋਂ ਮਨ ਰਹੇ ਵਿੱਚ ਦੁਚਿੱਤੀ, ਜਦੋਂ ਮਨ ਰਹੇ ਵਿੱਚ ਦੁਚਿੱਤੀ। ਤੂੰ ਸੱਤ ਅਖੰਡ ਜੋਤ ਚੈਨਲ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਮੇਰੇ ਅੱਜ ਬੋਲਣ ਦਾ ਪਹਿਲੂ ਹੈ ਸੋਚ ਦਾ ਫਰਕ। ਹਰ ਇਨਸਾਨ ਦੀ ਸੋਚ ਦਾ ਨਜ਼ਰੀਆ ਆਪੋ ਆਪਣਾ ਹੁੰਦਾ ਹੈ। ਕਿਸੇ ਵੱਲੋਂ ਕਹੀ ਗੱਲ ਦੇ ਅਰਥ ਭਾਵ ਨੂੰ ਅਸੀਂ ਆਪਣੀ ਸੂਝ ਦੇ ਤਲ ਮੁਤਾਬਕ ਹੀ ਸਮਝਦੇ ਹਾਂ। ਇਸ ਦੀ ਪੁਸ਼ਟੀ ਅਸੀਂ ਅੱਜ ਇਸ ਕਹਾਣੀ ਰਾਹੀਂ ਕਰਾਂਗੇ। ਇੱਕ ਸਾਧੂ ਫਕੀਰ ਸੀ ਜੋ ਸਮੱਸਿਆਵਾਂ ਨੂੰ ਹੱਲ ਕਰਨ ਦੀ ਯੋਗਤਾ ਲਈ ਜਾਣੇ ਜਾਂਦੇ ਸੀ। ਇੱਕ ਦਿਨ ਉਹਨਾਂ ਕੋਲ ਦੋ ਨੌਜਵਾਨ ਆਏ। ਉਹਨਾਂ ਦੋਨਾਂ ਦੀ ਸਮੱਸਿਆ ਵੀ ਇੱਕੋ ਜਿਹੀ ਸੀ। ਉਹ ਉਸ ਸਾਧੂ ਨੂੰ ਕਹਿਣ ਲੱਗੇ ਕਿ ਅਸੀਂ ਦੋਨੋਂ ਹੇਠਲੇ ਪੱਧਰ ਦੇ ਕਰਮਚਾਰੀ ਹਾਂ ਤੇ ਸਾਡੇ ਨਾਲ ਕੰਮ ਤੇ ਬੁਰਾ ਸਲੂਕ ਕੀਤਾ ਜਾਂਦਾ ਹੈ, ਕੋਈ ਸਤਿਕਾਰ ਨਹੀਂ ਕਰਦਾ ਤੇ ਸਾਡੇ ਕੋਲੋਂ ਕੰਮ ਕਰਵਾਉਣ ਵਾਲੇ ਸਾਡੇ ਨਾਲ ਜ਼ਿਆਦਤੀ ਕਰਦੇ ਨੇ। ਕੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਸਾਨੂੰ ਇਹ ਨੌਕਰੀ ਛੱਡ ਦੇਣੀ ਚਾਹੀਦੀ ਹੈ ਜਾਂ ਨਹੀਂ? ਫਕੀਰ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਕੁਝ ਚਿਰ ਲਈ ਚੁੱਪ ਹੋ ਗਏ। ਉਹ ਦੋਨੋਂ ਨੌਜਵਾਨ ਫਕੀਰ ਦੇ ਜਵਾਬ ਲਈ ਉਹਨਾਂ ਵੱਲ ਤੱਕਦੇ ਰਹੇ। ਫਿਰ ਕੁਝ ਚਿਰ ਬਾਅਦ ਫਕੀਰ ਨੇ ਅੱਖਾਂ ਖੋਲ੍ਹੀਆਂ ਤੇ ਜਵਾਬ ਦਿੱਤਾ ਕਿ ਸਿਰਫ ਇੱਕ ਕਟੋਰਾ ਚਾਵਲ। ਫਕੀਰ ਦੇ ਮੂੰਹੋਂ ਇਹ ਲਫ਼ਜ਼ ਸੁਣ ਕੇ ਉਹ ਦੋਨੋਂ ਕੁਝ ਚਿਰ ਚੁੱਪ ਰਹੇ ਤੇ ਆਪਣੇ ਅੰਦਰ ਕੁਝ ਚਿਰ ਇਸ ਜਵਾਬ ਨੂੰ ਵਾਚਣ ਤੋਂ ਬਾਅਦ ਦੋਵਾਂ ਵਿੱਚੋਂ ਇੱਕ ਫਕੀਰ ਦੇ ਕੋਲ ਹੀ ਬੈਠਾ ਰਿਹਾ ਤੇ ਦੂਸਰਾ ਉੱਥੋਂ ਵਾਪਸ ਤੁਰ ਪਿਆ ਤੇ ਸੋਚਣ ਲੱਗਾ ਕਿ ਕਟੋਰਾ ਚਾਵਲ ਦਾ ਰਮਜ਼ੀ ਲਫ਼ਜ਼ ਜੋ ਸਾਧੂ ਫਕੀਰ ਵੱਲੋਂ ਦੱਸਿਆ ਗਿਆ ਹੈ, ਮੈਂ ਉਸ ਦੀ ਰਮਜ਼ ਨੂੰ ਸਮਝ ਗਿਆ ਹਾਂ ਕਿ ਇਹ ਨੌਕਰੀ ਮੇਰੇ ਰੋਜ਼ਾਨਾ ਦੇ ਭੋਜਨ ਨੂੰ ਪ੍ਰਾਪਤ ਕਰਨ ਦੇ ਸਾਧਨ ਤੋਂ ਵੱਧ ਹੋਰ ਕੁਝ ਨਹੀਂ ਹੈ। ਇਸ ਲਈ ਇੱਕ ਕਟੋਰਾ ਚੌਲਾਂ ਲਈ ਆਪਣੇ ਆਪ ਨੂੰ ਭਿਆਨਕ ਸਥਿਤੀ ਵਿੱਚ ਰਹਿਣ ਲਈ ਮਜਬੂਰ ਕਿਉਂ ਕਰਾਂ? ਤੇ ਨਾਲ ਹੀ ਸੋਚਦਾ ਰਿਹਾ ਕਿ ਮੇਰੇ ਨਾਲ ਵਾਲੇ ਨੂੰ ਰਮਜ਼ ਸਮਝ ਨਹੀਂ ਆਈ, ਤਾਂ ਹੀ ਉਹ ਉੱਥੇ ਬੈਠਾ ਰਿਹਾ ਤੇ ਉਸਨੇ ਆ ਕੇ ਆਪਣੀ ਨੌਕਰੀ ਛੱਡ ਦਿੱਤੀ ਤੇ ਪਿੰਡ ਜਾ ਕੇ ਖੇਤੀ ਕਰਨ ਲੱਗ ਪਿਆ। ਉਸਨੇ ਉੱਚ ਗੁਣਵੱਤਾ ਵਾਲੇ ਖੇਤੀ ਬੀਜਾਂ ਦਾ ਇੰਪੋਰਟ ਐਕਸਪੋਰਟ ਦਾ ਕੰਮ ਕੀਤਾ ਤੇ ਖੂਬ ਪ੍ਰਸਿੱਧੀ ਹਾਸਲ ਕੀਤੀ, ਖੂਬ ਪੈਸਾ ਕਮਾਇਆ ਤੇ ਬਹੁਤ ਸਾਲਾਂ ਦੇ ਲੰਬੇ ਵਕਫੇ ਮਗਰੋਂ ਉਸ ਸਾਧੂ ਫਕੀਰ ਦਾ ਧੰਨਵਾਦ ਕਰਨ ਲਈ ਗਿਆ ਤੇ ਜਦੋਂ ਉਹ ਉੱਥੇ ਪਹੁੰਚਿਆ ਤੇ ਕੀ ਦੇਖਦਾ ਹੈ ਕਿ ਸਾਧੂ ਫਕੀਰ ਦੀ ਥਾਂ ਤੇ ਕੋਈ ਹੋਰ ਸਾਧੂ ਬੈਠਾ ਸੀ, ਜਿਸ ਦੇ ਚਿਹਰੇ ਤੇ ਬਹੁਤ ਨੂਰ ਸੀ ਤੇ ਜੋ ਪੂਰੀ ਆਨੰਦ ਸਕੂਨ ਦੀ ਅਵਸਥਾ 'ਚ ਦਿਖਾਈ ਦੇ ਰਿਹਾ ਸੀ। ਉਸਨੇ ਉਸ ਸਾਧੂ ਨੂੰ ਆਪਣੀ ਪਹਿਲੇ ਸਾਧੂ ਨਾਲ ਮਿਲਣੀ ਦੀ ਸਾਰੀ ਵਿਥਿਆ ਸੁਣਾਈ ਤੇ ਉਹਨਾਂ ਬਾਰੇ ਪੁੱਛਿਆ ਤੇ ਉਸ ਮੌਜੂਦਾ ਸਾਧੂ ਨੇ ਦੱਸਿਆ ਕਿ ਉਹ ਪਹਿਲੇ ਸਾਧੂ ਸਰੀਰ ਛੱਡ ਗਏ ਨੇ ਤੇ ਮੈਂ ਉਹੀ ਤੁਹਾਡਾ ਸਹਿਕਰਮੀ ਹਾਂ ਜੋ ਤੁਹਾਡੇ ਨਾਲ ਆਇਆ ਸਾਂ ਜਦੋਂ ਸਾਨੂੰ ਸਿਰਫ ਇੱਕ ਕਟੋਰਾ ਚਾਵਲ ਦਾ ਜਵਾਬ ਮਿਲਿਆ ਸੀ ਤੇ ਇਸ ਜਵਾਬ ਨੇ ਮੇਰੇ ਤੇ ਗਹਿਰੀ ਚੋਟ ਕੀਤੀ ਕਿ ਸਿਰਫ ਇੱਕ ਕਟੋਰਾ ਚਾਵਲ ਹੀ ਕਾਫੀ ਨੇ ਜੀਵ ਨੂੰ ਆਪ ਦਾ ਢਿੱਡ ਭਰਨ ਲਈ, ਜਿਸ ਪਿੱਛੇ ਅਸੀਂ ਆਪਣਾ ਸਾਰਾ ਜੀਵਨ ਕਈ ਉਤਰਾਵਾਂ ਚੜਾਵਾਂ 'ਚ ਕੱਢ ਦਿੰਦੇ ਹਾਂ। ਇਸ ਸਰੀਰ ਦਾ ਰੋਜ਼ਮਰਾ ਦਾ ਭੋਜਨ ਤੇ ਹਰ ਜੀਵ ਨੂੰ ਨਸੀਬ ਹੋ ਹੀ ਜਾਂਦਾ ਹੈ ਤੇ ਮੈਂ ਕਿਉਂ ਨਾ ਆਪਣਾ ਜੀਵਨ ਇਹਨਾਂ ਸਾਧੂਆਂ ਵਾਂਗ ਪਰਮਾਤਮਾ ਦੇ ਲੇਖੇ ਲਾ ਦਿਆਂ। ਤੇ ਫਿਰ ਉਸ ਦਿਨ ਤੋਂ ਹੀ ਮੈਂ ਪ੍ਰਣ ਕਰ ਇਸ ਸਾਧੂ ਫਕੀਰ ਦੀ ਸੰਗਤ ਕਰਕੇ ਉਹ ਆਨੰਦ ਸਕੂਨ ਸਰੂਰ ਆਪਣੇ ਅੰਦਰੋਂ ਅਨੁਭਵ ਕੀਤਾ ਜਿਸ ਦੇ ਤੁਲ ਇਹ ਦੁਨੀਆ ਦਾ ਕੋਈ ਹੋਰ ਸਕੂਨ ਨਹੀਂ। ਇਹ ਸੁਣ ਕੇ ਉਹ ਵਿਅਕਤੀ ਬਹੁਤ ਭੈਭੀਤ ਹੋਇਆ ਤੇ ਉਸ ਨੂੰ ਸੋਚ ਦਾ ਫਰਕ ਸਮਝ 'ਚ ਆਇਆ। ਸੋ ਇਹ ਕਹਾਣੀ ਸਾਨੂੰ ਬਹੁਤ ਹੀ ਗਹਿਰੀ ਸਿੱਖਿਆ ਦਿੰਦੀ ਹੋਈ ਅਹਿਸਾਸ ਕਰਾ ਰਹੀ ਹੈ ਕਿ ਸੋਚ ਦੇ ਦੋ ਤਲ ਨੇ, ਇੱਕ ਸੰਸਾਰੀ ਤੇ ਇੱਕ ਰੂਹਾਨੀ ਜਾਂ ਆਤਮਕ ਤਲ। ਅਸੀਂ ਸਭ ਅਕਸਰ ਹੀ ਸੰਸਾਰੀ ਤਲ ਦੀ ਸੋਚ ਵਿੱਚ ਜਿਉਂਦੇ ਹਾਂ ਤੇ ਸੰਸਾਰੀ ਤਲ ਤੋਂ ਹਰ ਰਮਜ਼ ਦਾ ਅਰਥ ਭਾਵ ਕੱਢਦੇ ਹਾਂ ਅਤੇ ਜਦੋਂ ਅਸੀਂ ਜੀਵ ਸੰਸਾਰੀ ਤਲ ਤੋਂ ਸੋਚਦੇ ਹਾਂ ਤੇ ਆਪਣੇ ਵੱਲੋਂ ਕਿੰਨਾ ਵੀ ਗਹਿਰਾ ਜਾਂ ਸਿਆਣਪ ਨਾਲ ਸੋਚੀਏ ਪਰ ਨਤੀਜਾ ਸੰਸਾਰੀ ਹੀ ਹੁੰਦਾ ਹੈ। ਪਰ ਜਦੋਂ ਜੀਵ ਆਤਮਕ ਤਲ ਤੋਂ ਉੱਠਦਾ ਹੈ ਤੇ ਉਸ ਦੀ ਸੂਝ ਦੀ ਗਹਿਰਾਈ ਉਸ ਦਾ ਜੀਵਨ ਹੀ ਪਲਟ ਕੇ ਅਮੁੱਲੇ ਸੁੱਖ ਸਕੂਨ ਦੀ ਦੌਲਤ ਉਸਦੀ ਝੋਲੀ ਪਾ ਦਿੰਦੀ ਹੈ। ਇਸੇ ਸੋਚ ਦੇ ਫਰਕ ਕਾਰਨ ਸੰਸਾਰੀਆਂ ਤੇ ਭਗਤਾਂ ਦੀ ਸੋਚ ਵਿੱਚ ਫਰਕ ਰਹਿੰਦਾ ਹੈ। ਅਸੀਂ ਵੀ ਸਾਧੂਆਂ ਫਕੀਰਾਂ ਕੋਲ ਆਪਣੀਆਂ ਦੁਨਿਆਵੀ ਸਮੱਸਿਆਵਾਂ ਲੈ ਕੇ ਜਾਂਦੇ ਹਾਂ, ਜਿਨ੍ਹਾਂ ਦਾ ਜਵਾਬ ਸਾਨੂੰ ਵੀ ਰਮਜ਼ੀ ਮਿਲਦਾ ਹੈ
ਕਿਉਂਕਿ ਜਿਨ੍ਹਾਂ ਸਾਧੂਆਂ ਫਕੀਰਾਂ ਨੇ ਆਪਣੇ ਜੀਵਨ ਦਾ ਸਾਰ ਨਿਚੋੜ ਤੱਤ ਤੱਕਿਆ ਹੁੰਦਾ ਹੈ, ਉਹ ਕਦੇ ਵੀ ਸਾਨੂੰ ਬਾਹਰੀ ਤਲ ਵੱਲ ਨਹੀਂ ਪ੍ਰੇਰਦੇ। ਇਹ ਸਿਰਫ ਸਾਡੀ ਸੋਚ ਦਾ ਫਰਕ ਹੈ ਕਿ ਅਸੀਂ ਉਹਨਾਂ ਦੇ ਕਹੇ ਦਾ ਅਰਥ ਭਾਵ ਕੀ ਕੱਢਦੇ ਹਾਂ। ਸੋ ਕਹਾਣੀ ਤੋਂ ਸਿੱਖਿਆ ਲੈਂਦੇ ਹੋਏ ਕੋਸ਼ਿਸ਼ ਕਰੀਏ ਕਿ ਆਪਣੀ ਸੋਚ ਦੇ ਫਰਕ ਨੂੰ ਪਛਾਣੀਏ ਤੇ ਉਹ ਸੋਚ ਦਾ ਤਲ ਉਠਾਈਏ ਜੋ ਸਾਨੂੰ ਸਾਡੇ ਅੰਦਰਲੇ ਸੁੱਖ ਸਕੂਨ ਦੇ ਮੁੱਢ ਖਜ਼ਾਨੇ ਪਿਤਾ ਸਾਹਿਬ ਸਤਿ ਸ੍ਰੀ ਅਕਾਲ ਪੁਰਖ ਜੀ ਨਾਲ ਮਿਲਾਪ ਕਰਾਵੇ। ਸਤਿ ਸ੍ਰੀ ਅਕਾਲ।